Hello, dosto. Welcome to Siddhi Punjab. So today in this discussion, we are going to discuss the current affairs related to 8th July, 9th July and 10th July. ਸਾਰੇ ਸੈਟਰਡੇ ਤੋਂ ਲੈ ਕੇ ਆਪਾਂ ਕਰੰਟ ਅਫੇਅਰਸ ਡਿਸਕਸ ਕਰਾਂਗੇ ਐਂਡ ਅੱਗੇ ਵਧਣ ਤੋਂ ਪਹਿਲਾਂ ਅਗੇਨ ਮੈਂ ਮੈਂਟਰਸ਼ਿਪ ਪ੍ਰੋਗਰਾਮ ਬਾਰੇ ਦੱਸਣਾ ਚਾਹਨੀ ਹਾਂ ਜੋ ਲੋਕ ਸਾਨੂੰ ਨਵੇਂ ਜੁਆਇਨ ਕਰ ਰਹੇ ਨੇ ਮੇਰਾ ਆਲਰੇਡੀ ਕਰਨਾ ਕੈਸੇ ਹੈ ਪ੍ਰੋਗਰਾਮ ਜਿਹਦਾ ਮਤਲਬ ਹੈ ਮੈਂਟਰਸ਼ਿਪ ਪ੍ਰੋਗਰਾਮ ਮੈਂ ਆਲਰੇਡੀ ਚਲਾਇਆ ਹੋਇਆ ਬੱਚਿਆਂ ਨੂੰ ਗਾਈਡ ਕਰਨ ਲਈ ਸੀ ਆਪਾਂ ਗਲਤ ਤਰੀਕੇ ਨਾਲ ਤਿਆਰੀ ਕਰਦੇ ਰਹਿੰਦੇ ਆ ਸਾਲ ਆਫਟਰ ਸਾਲ ਵੇਸਟ ਕਰਦੇ ਰਹਿੰਦੇ ਆ ਕਿਉਂਕਿ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਐਗਜ਼ਾਮ ਕਿਆ ਹੈ ਪਹਿਲੀ ਗੱਲ ਤਾਂ ਐਗਜ਼ਾਮ ਕਿਆ ਦੇ ਰਹੇ ਆ ਆਪਾਂ ਲੈਵਲਸ ਕਿਆ ਹੈ ਕਿਸ ਤਰੀਕੇ ਨਾਲ ਹਰ ਸਟੇਜ ਨੂੰ ਆਪਾਂ ਐਡਰੈਸ ਕਰਨਾ ਹੈ ਅਪਰੋਚ ਕਰਨਾ ਹੈ ਇਹਦੇ ਬਾਰੇ ਆਪਾਂ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ ਫਿਰ ਹਰ ਰੋਜ਼ ਆਪਾਂ ਜੀਐਸ ਸਬਜੈਕਟਸ ਪੜ੍ਹਦੇ ਆ ਅਖਬਾਰ ਪੜ੍ਹਦੇ ਆ ਕਰੰਟ ਅਫੇਅਰਸ ਪੜ੍ਹਦੇ ਹਾਂ डिफरेंट एस्पेक्ट्स आप कवर करने की कोशिश करते हैं बट अगेन गलत तरीके नाल करते रहने हैं हर साल इसीलिए फेल होते रहने हैं राइट तब बच्चियां नु कंप्लीट गाइडेंस देन लई अबाउट दी एग्जाम अबाउट हाउ टू क्लीयर दी एग्जाम करना किवें है हर चीज नु हर निटी ग्रिटी नु डिस्कस करन लई 3 मंथ हैंड होल्डिंग प्रोग्राम मेंटरशिप प्रोग्राम मैंने ज्वाइन नो ਬੱਚਿਆਂ ਲਈ ਲਾਂਚ ਕੀਤਾ ਹੋਇਆ ਹੈ ਤਾਂ ਅਗਰ ਤੁਸੀਂ ਵੀ ਇੰਟਰਸਟਿਡ ਹੋ ਆਪਦੀ ਪ੍ਰੈਪਰੇਸ਼ਨ ਨੂੰ ਸਟ੍ਰੀਮਲਾਈਨ ਕਰਨ ਲਈ ਐਂਡ ਟੂ ਬ੍ਰਿੰਗ ਬੈਸਟ in your preparation then join the program ਤੁਹਾਨੂੰ ਸਾਰੀ ਡਿਟੇਲਸ ਜਿਹੜੀਆਂ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਣਗੀਆਂ you can also check out our website www.siddhipunjab.com ਜਿੱਥੇ ਤੁਹਾਨੂੰ ਸਾਰੇ ਡਿਟੇਲਸ about all the running courses ਮਿਲ ਜਾਣਗੀਆਂ ਤੁਸੀਂ ਕਿਸੇ ਵੀ ਚੀਜ਼ ਬਾਰੇ ਕੋਈ ਇਨਕੁਆਇਰੀ ਕਰਨਾ ਚਾਹੁੰਦੇ ਹੋ then contact us on this number we are there to help you out right so just stay connected ask your issues ask your queries and we'll be there to help you right do consider joining this program if you want to bring uh, effortless performance in the coming years right ਨਾਓ ਕਿਹੜੇ-ਕਿਹੜੇ ਟੌਪਿਕਸ ਅੱਜ ਆਪਾਂ ਡਿਸਕਸ ਕਰਾਂਗੇ ਦੇਖੋ ਜ਼ਿਆਦਾ ਇੰਪੋਰਟੈਂਟ ਨਹੀਂ ਹੈ ਛੋਟੇ ਵੱਡੇ ਕੁਝ ਟੌਪਿਕਸ ਹੈ ਜਿਹੜੇ ਆਪਾਂ ਯੂਜ਼ ਕਰ ਸਕਦੇ ਹਾਂ ਇਨ ਡਿਫਰੈਂਟ ਵੇਜ਼ that we are going to discuss ਤਾਂ ਪਹਿਲਾਂ ਮਿਨਿਸਟਰੀ ਆਫ ਐਜੂਕੇਸ਼ਨ ਦਾ ਇੱਕ ਇੰਡੈਕਸ ਆਇਆ ਐਜੂਕੇਸ਼ਨ ਨਾਲ ਰਿਲੇਟਡ ਇਸ ਚ ਪੰਜਾਬ ਤੇ ਚੰਡੀਗੜ੍ਹ ਨੇ ਅੱਛਾ ਪਰਫਾਰਮ ਕੀਤਾ ਇਹਦੇ ਬਾਰੇ ਦੇਖ ਲਵਾਂਗੇ ਦੈਨ ਤਾਂਜ਼ਾਨੀਆ ਨਾਲ that is an African country ਇਹਦੇ ਨਾਲ ਆਪਣੇ ਰਿਲੇਸ਼ਨਸ ਅੱਗੇ ਵਧ ਰਹੇ ਨੇ ਤਾਂ ਉਸ ਚ ਕਿਆ ਡਿਵੈਲਪਮੈਂਟ ਹੈ ਇਹਨਾਂ ਦੋ ਆਰਟੀਕਲਸ ਦੇ ਥਰੂ ਡਿਸਕਸ ਕਰਾਂਗੇ ਦੈਨ ਫਰਾਂਸ ਦਾ ਫ੍ਰੈਂਚ ਰੈਵੋਲੂਸ਼ਨ अगर तुसी वर्ल्ड हिस्ट्री पढ़ी है you would know 14th July every year starting from 1789 the French Revolution happened on this day so that is why they celebrate this day in France as Bastille या Bastille Day भी कह सकते हैं because Bastille or Bastille this is a fort that is there in France which was the symbol of French Revolution right तो एक बहुत ही important topic है from your world history perspective ਸੋ ਇसीलिए ਥੋੜੀ ਬਹੁਤ ਡਿਟੇਲਸ ਆਪਾਂ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ ਐਂਡ ਫਾਈਨਲੀ ਇਹਨਾਂ ਟੌਪਿਕਸ ਵਿੱਚ ਐਸ ਸੱਚ ਤੁਹਾਡੇ ਲਈ ਕੋਈ ਇੰਪੋਰਟੈਂਟ ਨਹੀਂ ਹੈ ਬਟ ਇਸ 'ਚ ਮੈਂ ਦੋ ਚੀਜ਼ਾਂ ਹਾਈਲਾਈਟ ਕਰਨਾ ਚਾਹਨੀ ਹਾਂ that is GOM ਐਂਡ UCC ਇਹ ਦੋ ਇਸ਼ੂਜ਼ ਹੈ ਜਿਹੜੇ ਆਪਾਂ ਡਿਟੇਲ 'ਚ ਪੜ੍ਹਨੇ ਹੈ ਤੁਸੀਂ ਯੂ نو ਆਪਦੇ GS2 ਦੇ ਪੋਰਸ਼ਨ ਪੋਲਿਟੀ ਦੇ ਪੋਰਸ਼ਨ ਲਈ ਯੂਨੀਵਰਸਲ ਸਿਵਲ ਕੋਡ ਜਿਹੜਾ ਕਿ ਤੁਹਾਡੇ DPSP ਪ੍ਰੈਜ਼ੈਂਟ ਹੈ ਇਟ ਇਜ਼ ਵੈਰੀ ਇੰਪੋਰਟੈਂਟ ਇਹ ਤੇ ਡਿਬੇਟ ਚੱਲ ਰਹੀ ਹੈ ਤਾਂ ਇਹ ਤੇ ਨੋਟਸ ਹੋਣੇ ਤੁਹਾਡੇ ਬਹੁਤ ਜ਼ਰੂਰੀ ਨੇ GOM that is group of ministers ਹਮੇਸ਼ਾ ਜਦੋਂ ਵੀ ਕੋਈ ਇਸ਼ੂ ਆਉਂਦਾ ਹੈ ਤਾਂ ਉਹ ਤੇ ਐਕਸਪਰਟ ਐਡਵਾਈਸ ਲੈਣ ਲਈ ਉੱਥੇ ਗਵਰਨਮੈਂਟ ਡਿਸੀਜਨ ਲੈਣ ਲਈ ਕੀ ਕਰਦੀ ਹੈ ਕਿ ਨੰਬਰ ਆਫ ਮਿਨਿਸਟਰਸ ਨੂੰ ਐਜ਼ ਅ ਗਰੁੱਪ ਬਿਠਾ ਦਿੰਦੀ ਹੈ ਕਿ ਉਹ ਆਪਦੇ ਵਿਊਜ਼ ਪ੍ਰੈਜ਼ੈਂਟ ਕਰਕੇ ਡਿਬੇਟ ਡਿਸਕਸ਼ਨ ਕਰਕੇ ਇੱਕ ਅਲਟੀਮੇਟ ਡਿਸੀਜਨ ਤੇ ਪਹੁੰਚਣ ਰਾਈਟ तो ग्रुप ऑफ मिनिस्टर्स काफी अच्छा रोल प्ले करते हैं GS2 ਚ ਪੋਸਿਬਿਲਿਟੀ ਹੈ ਕੁਐਸਚਨ ਆਉਣ ਦੀ ਪੁਰਾਣੇ ਜ਼ਮਾਨੇ ਚ ਤਾਂ ਕਾਫੀ ਕੁਐਸਚਨਸ ਇਸ ਤੇ ਆਉਂਦੇ ਸੀ ਬਟ ਹੁਣ ਗੋਮਸ ਕਾਫੀ ਘੱਟ ਯੂਜ਼ ਹੋਣ ਲੱਗ ਗਈਆਂ ਹੈ ਇਸ ਲਈ ਤੇ ਕੁਐਸਚਨਸ ਵੀ ਘੱਟ ਆਉਂਦੇ ਨੇ ਬਟ ਨਾਓ ਸਿੰਸ ਅਗੇਨ ਗੋਮਸ ਹੈਵ ਬੀਨ ਕ੍ਰੀਏਟਡ ਫॉर ਮਲਟੀਪਲ ਪਰਪसेस ਸੋ ਕੁਐਸਚਨ ਕੈਨ ਬੀ ਆਸਕਡ तो ਗੋਮ ਬਾਰੇ ਵੀ ਲక్ష్ਮੀਕਾਂਤ ਚ ਤੁਹਾਨੂੰ ਮਿਲ ਜਾਣਾ ਪਾਰਲੀਮੈਂਟ ਵਾਲੇ ਚੈਪਟਰ ਚ if not it is there in then you can check Google also basics aapa samajhne hai nothing much right let's start with our first topic Chandigarh Punjab are top performers in school education so recently union education ministry ne performing grading index PGI ਜਿਹੜਾ ਹੈ launch ਕੀਤਾ ਹੈ in which they assessed the level of education that the government schools are providing or private schools are providing in all the states and UTs ਤਾਂ ਇਸ 'ਚ ਚੰਡੀਗੜ੍ਹ ਤੇ ਪੰਜਾਬ ਨੇ ਕਾਫੀ ਅੱਛਾ ਪਰਫਾਰਮ ਕੀਤਾ ਹੈ ਦੋਨੋਂ ਹੀ 6th ਗ੍ਰੇਡ ਤੇ ਰੈਂਕ ਕੀਤੇ ਗਏ ਨੇ ਡਿਫਰੈਂਟ ਗ੍ਰੇਡਸ ਬਣਾਈਆਂ ਗਈਆਂ ਸਭ ਤੋਂ ਘੱਟ ਪਰਫਾਰਮਿੰਗ ਉੱਤੇ ਚੜ੍ਹਦੇ ਇਸ ਤਰੀਕੇ ਨਾਲ ਗ੍ਰੇਡਿੰਗ ਕੀਤੀ ਗਈ ਹੈ ਰਾਈਟ ਐਗਜ਼ੈਕਟਲੀ ਰੈਂਕ ਨਹੀਂ ਹੈ ਗ੍ਰੇਡ ਹੈ ਰਾਈਟ ਸੋ ਇਹ ਅੱਛੀ ਗੱਲ ਹੈ ਕਿ ਚੰਡੀਗੜ੍ਹ ਤੇ ਪੰਜਾਬ 'ਚ ਐਜੂਕੇਸ਼ਨ ਲੈਵਲਸ ਅੱਛੇ ਨੇ ਆਪਾਂ ਆਪਦੇ ਆਨਸਰਸ 'ਚ ਡਾਟਾ ਮੈਂਸ਼ਨ ਕਰ ਸਕਦੇ ਹਾਂ ਰਾਈਟ ਆਲਦੋ ਆਪਾਂ ਨੂੰ ਅੱਗੇ ਜਾ ਕੇ ਹੋਰ ਇੰਪਰੂਵ ਕਰਨ ਦੀ ਜ਼ਰੂਰਤ ਹੈ ਹਜੇ 6th ਗ੍ਰੇਡ ਤੇ ਆਪਾਂ ਫਰਸਟ ਗ੍ਰੇਡ ਤੱਕ ਪਹੁੰਚਣਾ ਹੈ ਬਟ ਅੰਟਿਲ ਦੈਟ ਟਾਈਮ ਇਟ ਇਜ਼ ਅ ਗੁੱਡ ਥਿੰਗ
ਕਿ ਅਸੀਂ ਵਨ ਆਫ ਦ ਟੌਪ ਪਰਫਾਰਮਰਸ ਹੈ, ਰਾਈਟ। ਸੋ ਬਾਕੀ ਇਹ ਪੀਜੀਆਈ ਜਿਹੜਾ ਇੰਡੈਕਸ ਹੈ ਇਹਦਾ ਪਰਪਸ ਕਿਆ ਹੈ, ਦੇਖੋ ਹਰ ਸਟੇਟ ਹਰ ਯੂਟੀ ਨੂੰ ਪੁਸ਼ ਕਰਨਾ ਕਿ ਉਹ ਐਜੂਕੇਸ਼ਨ ਦੇ ਸੈਕਟਰ ਵਿੱਚ ਹੋਰ ਅੱਛਾ ਕਰਨ, ਹੋਰ ਵੱਡੇ ਇੰਟਰਵੈਂਸ਼ਨਸ ਲੈਣ ਜਿਹੜੇ ਕਿ ਉਹਨਾਂ ਦੇ ਬੱਚਿਆਂ ਨੂੰ ਐਜੂਕੇਸ਼ਨ ਦੇ ਸੈਕਟਰ ਵਿੱਚ ਹੈਲਪ ਕਰਨ, right? So to create that competitive spirit among all the states and UTs कि केड़ी state UT best perform कर रही है, such type of indices are used to encourage the competitive spirit, ठीक है। सो दैट कॉम्पिटिटिव स्पिरिट ਲਈ ਵੀ ਇਹ ਇੰਡੈਕਸ ਜ਼ਰੂਰੀ ਹੈ। ਪ੍ਰੀ ਲਈ ਵੀ ਯਾਦ ਰੱਖੋ ਕਿ ਪੀਜੀਆਈ ਕੌਣ ਲਾਂਚ ਕਰਦਾ ਹੈ, ਕੁਐਸਚਨ ਕੈਨ ਬੀ ਆਸਕਡ, ਨੀਤੀ ਆਯੋਗ ਕਹਿ ਦੇਣਗੇ, ਬਟ ਦਿਸ ਹੈਜ਼ ਨਾਟ ਬੀਨ ਲਾਸਟ ਬਾय launched by ਨੀਤੀ ਆਯੋਗ ਰਾਦਰ ਬਾय ਮਿਨਿਸਟਰੀ ਆਫ ਐਜੂਕੇਸ਼ਨ। तो इस तरीके के फैक्ट्स थोड़े याद रखो, मेंस च भी याद आएंगे, आई मीन कम आएंगे एंड प्रीलिम्स च भी, राइट। सो दिस इज अबाउट दिस। लास्ट ईयर अगर तुसी देखो लास्ट इंडेक्स विच पंजाब, केरला, महाराष्ट्र, गुजरात है जी स्टेट सी काफी अच्छे रैंक ते सीगियां ते हुण भी परफॉर्मेंस जिहड़ी है इन्हां दी कायम रही है, राइट। सो दिस फैक्ट फर्स्ट पॉइंट इज इंपॉर्टेंट एंड अबाउट द इंडेक्स किने रिलीज किया है वो इंपॉर्टेंट है अपने लिए, right? Now first overseas IIT campus to come up in Tanzania। तो ਜਿਹੜੀ ਸਾਡੀ IIT ਮਦਰਾਸ ਹੈ ਉਹਨੇ ਤੰਜ਼ਾਨੀਅਨ ਗਵਰਨਮੈਂਟ ਨਾਲ MOU ਸਾਈਨ ਕੀਤਾ ਹੈ, ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਕੀਤਾ ਹੈ ਕਿ ਅਗਲੇ ਆਉਣ ਵਾਲੇ ਟਾਈਮ ਵਿੱਚ ਦੇ ਵਿਲ ਐਸਟੈਬਲਿਸ਼ ਵਨ ਬ੍ਰਾਂਚ ਆਫ IIT ਮਦਰਾਸ ਇਨ ਤੰਜ਼ਾਨੀਆ, ਠੀਕ ਹੈ। ਸੋ ਦਿਸ ਇਜ਼ ਅ ਵੈਰੀ ਗ੍ਰੇਟ ਡਿਵੈਲਪਮੈਂਟ ਕਿਉਂਕਿ ਇੰਡੀਆ ਦਾ ਇਹ ਫਰਸਟ ਗਵਰਨਮੈਂਟ ਇੰਸਟੀਟਿਊਟ ਹੈ ਜਿਹੜਾ ਬਾਹਰ ਜਾ ਕੇ ਆਪਣੀ ਬ੍ਰਾਂਚ ਖੋਲਣ ਵਾਲਾ ਹੈ, ਰਾਈਟ। ਸੋ ਇਹ ਆ ਸਾਡੇ ਸਟੇਚਰ ਨੂੰ, ਗਲੋਬਲ ਸਟੇਚਰ ਨੂੰ ਵੀ ਇੰਪਰੂਵ ਕਰ ਰਿਹਾ ਹੈ, ਰਾਈਟ। ਇਹਦਾ ਸਿਗਨੀਫੀਕੈਂਸ ਕਿਆ ਹੈ, ਨੰਬਰ ਆਫ ਸਿਗਨੀਫੀਕੈਂਸ, ਜਿਵੇਂ ਕਿ ਗਲੋਬਲ ਇਮੇਜ ਜਾਂ ਸਾਡੇ ਗਲੋਬਲ ਸਟੇਚਰ ਨੂੰ ਵੀ ਇੰਪਰੂਵ ਕਰ ਰਿਹਾ ਹੈ ਕਿ ਸਾਡੇ ਐਜੂਕੇਸ਼ਨ ਸੈਕਟਰ ਇੰਨਾ ਅੱਛਾ ਹੋ ਗਿਆ ਹੈ ਕਿ ਸਾਡੀਆਂ ਯੂਨੀਵਰਸਿਟੀਜ਼ ਆਰ ਨਾਓ ਓਪਨਿੰਗ देयर ਸੈਂਟਰਸ ਅਬਰੋਡ ਆਲਸੋ, ਠੀਕ ਹੈ। ਸੋ ਇੰਡੀਆ ਦੀ ਗਲੋਬਲ ਇਮੇਜ ਨੂੰ ਕਾਫੀ ਪੋਜ਼ਿਟਿਵਲੀ ਇੰਪੈਕਟ ਕਰੇਗਾ, ਸੌਫਟ ਪਾਵਰ ਨੂੰ ਇੰਡੀਆ ਦੀ ਵਧਾਏਗਾ। ਮੈਨੇ ਪਹਿਲਾਂ ਵੀ ਸੌਫਟ ਪਾਵਰ ਦਾ ਮਤਲਬ ਤੁਹਾਨੂੰ ਸਮਝਾਇਆ ਸੀ, ਵਿਦਾਊਟ ਕੋਹਰਜਨ ਅਗਰ ਤੁਸੀਂ ਕਿਸੇ ਤੇ ਇਨਫਲੂਐਂਸ ਕ੍ਰੀਏਟ ਕਰ ਸਕਦੇ ਹੋ ਕਿ ਉਹ ਬੰਦਾ ਤੁਹਾਡੀ ਗੱਲ ਮੰਨੇ ਵਿਦਾਊਟ ਯੂਜ਼ਿੰਗ ਫੋਰਸ, that is what is soft power। ਜਿਵੇਂ ਆਪਾਂ ਸਾਰੇ ਸੈਲੀਬ੍ਰਿਟੀਜ਼ ਨੂੰ ਫੋਲੋ ਕਰਦੇ ਹਾਂ, their dressing style, their eating, their living style, everything we try to follow, that is soft power। we get influenced by their ways and we do whatever they do। ਤਾਂ ਉਹਨਾਂ ਨੇ ਆਪਾਂ ਨੂੰ ਫੋਰਸ ਨਹੀਂ ਕੀਤਾ ਕੁਝ ਕਰਨ ਲਈ, ਉਹਨਾਂ ਦੇ ਬ੍ਰੇਸਲੇਟ ਪਾਉਣ ਲਈ, ਉਹਨਾਂ ਦੇ ਟਾਈਪ ਦੇ ਕੱਪੜੇ ਪਾਉਣ ਲਈ, ਬਟ we are doing it because they have influence, they have created that influence over us using their soft power, their attraction, their influence। ਤਾਂ ਇੰਡੀਆ ਵੀ ਜਦੋਂ ਇਹੋ ਜਿਹੇ ਪੋਜ਼ਿਟਿਵ ਸਟੈਪਸ ਲੈ ਰਿਹਾ ਹੈ, ਜਿਵੇਂ ਕਿ ਦੂਸਰੀ ਕੰਟਰੀ ਵਿੱਚ ਐਜੂਕੇਸ਼ਨ ਪ੍ਰੋਵਾਈਡ ਕਰਨਾ ਜਾਂ ਨੰਬਰ ਆਫ ਸਟੈਪਸ ਦੈਟ ਇੰਡੀਆ ਟੇਕਸ, ਇਟ ਐਕਸਪੈਂਡਸ ਦਿਸ ਸੌਫਟ ਪਾਵਰ। ਦੁਨੀਆ ਵਿੱਚ ਇੰਡੀਆ ਦਾ ਨਾਮ ਵੱਧਦਾ ਹੈ, ਲੋਕ ਉਹਨੂੰ ਪੋਜ਼ਿਟਿਵ ਤਰੀਕੇ ਨਾਲ ਦੇਖਣਗੇ, ਐਜ਼ ਅ ਗ੍ਰੇਟ ਪਾਵਰ ਦੇਖਣਗੇ ਕਿ ਜਿਹੜੀ ਕਿ that is able to provide services, resources to people of other countries also, like education, like corona vaccine ਅਸੀਂ ਸਭ ਦੇਸ਼ਾਂ ਨੂੰ ਪ੍ਰੋਵਾਈਡ ਕੀਤੀ। ਇਹ ਸਭ ਸਾਡੀ ਸੌਫਟ ਪਾਵਰ ਨੂੰ ਸਟਰੈਂਥਨ ਕਰਦੇ ਹੈ। ਐਵੇਂ ਹੀ ਯੂਨੀਵਰਸਿਟੀ ਐਸਟੈਬਲਿਸ਼ ਕਰਨਾ will strengthen our soft power as well as our people to people relations, ਠੀਕ ਹੈ ਜੀ। ਉਸ ਤੋਂ ਬਾਅਦ ਇੰਡੀਆ ਦੀ ਫੋਰਨ ਪਾਲਿਸੀ ਦਾ ਪ੍ਰਾਈਮ ਟਾਰਗੇਟ ਰਿਹਾ ਹੈ ਟੂ ਬੂਸਟ ਸਾਊਥ ਕੋਆਪਰੇਸ਼ਨ, ਠੀਕ ਹੈ। ਜਿੰਨੀ ਵੀ ਸਾਊਥ ਦੀਆਂ ਕੰਟਰੀਜ਼ ਹੈ, ਸਾਊਥ ਮੀਨਸ ਯੂਜੂਅਲੀ ਜਿਹੜਾ ਆਪਣਾ ਵਰਲਡ ਮੈਪ ਹੈ, ਸਦਰਨ ਹੈਮੀਸਫੇਅਰ ਜਾਂ ਤੁਸੀਂ ਕਹਿ ਸਕਦੇ ਹੋ ਇਕੁਏਟਰ ਤੋਂ ਨੀਚੇ ਜਿਹੜੀਆਂ ਕੰਟਰੀਜ਼ ਆਉਂਦੀਆਂ ਹੈ ਉਹਨਾਂ ਦੇ ਵਿੱਚ ਕੋਆਪਰੇਸ਼ਨ ਵਧਾਉਣਾ, ਕਿਉਂਕਿ ਮੋਸਟ ਆਫ ਥੀਸ ਕੰਟਰੀਜ਼ ਆਰ ਡਿਵੈਲਪਿੰਗ ਔਰ ਲੀਸਟ ਡਿਵੈਲਪਡ ਕੰਟਰੀਜ਼। ਅਫਰੀਕਨ ਕੰਟਰੀਜ਼ ਹੋ ਗਈਆਂ, ਏਸ਼ੀਅਨ ਕੰਟਰੀਜ਼ ਹੋ ਗਈਆਂ, ਲੇਟਿਨ ਅਮਰੀਕਨ ਕੰਟਰੀਜ਼ ਹੋ ਗਿਆ, ਮੋਸਟ ਆਫ ਥੀਸ ਕੰਟਰੀਜ਼ ਆਰ ਸਟਿਲ ਔਨ ਦੀ ਪਾਥ ਆਫ ਡਿਵੈਲਪਮੈਂਟ। ਪਾਵਰਟੀ ਇਹਨਾਂ ਨੇ ਰਿਮੂਵ ਕਰਨੀ ਹੈ, ਹੰਗਰ ਰਿਮੂਵ ਕਰਨੀ ਹੈ, ਗਰੋਥ ਵਧਾਉਣੀ ਹੈ, ਤਾਂ ਮਤਲਬ ਸਭ ਦੇ ਟਾਰਗੇਟ ਸੇਮ ਹੈ। ਤਾਂ ਇਹ ਕੰਟਰੀਜ਼ ਮਿਲ ਕੇ ਕੋਆਪਰੇਸ਼ਨ ਕਰਨਾ ਚਾਹੁੰਦੀਆਂ ਹੈ ਔਨ ਆਲ ਥੀਸ ਇਸ਼ੂਜ਼ of education, hunger, poverty, ठीक है। So setting up this IIT campus is a very good move to strengthen this south cooperation, ठीक है। ਉਸ ਤੋਂ ਬਾਅਦ ਸਾਡੇ bilateral ties ਵੀ improve ਕਰੇਗਾ, ਇੰਡੀਆ ਤਾਂਜ਼ਾਨੀਆ ਦੇ ਟਾਈਜ਼ 'ਚ ਇੰਪਰੂਵਮੈਂਟ ਹੋਏਗੀ, ਇੰਡੀਆ ਅਫਰੀਕਾ ਦੇ ਓਵਰਆਲ ਟਾਈਜ਼ ਵਿੱਚ ਪੋਜ਼ਿਟਿਵ ਡਿਵੈਲਪਮੈਂਟ ਆਏਗੀ, ਐਜ਼ ਅਦਰ ਅਫਰੀਕਨ ਕੰਟਰੀਜ਼ ਵਿਲ ਆਲਸੋ ਵਾਂਟ ਟੂ ਹੈਵ ਸੱਚ ਯੂਨੀਵਰਸਿਟੀਜ਼, ਐਜੂਕੇਸ਼ਨਲ ਇੰਸਟੀਟਿਊਸ਼ਨ ਸੈਟ ਅਪ ਬਾਈ ਇੰਡੀਆ ਇਨ ਦੇਅਰ ਟੈਰੀਟਰੀਜ਼ ਆਲਸੋ। ਤਾਂ ਓਵਰਆਲ ਇੰਡੀਆ ਅਫਰੀਕਾ ਦੇ ਟਾਈਜ਼ ਨੂੰ ਇਹ ਕਾਫੀ ਬੂਸਟ ਕਰੇਗਾ, ਰਾਈਟ। ਉਸ ਤੋਂ ਬਾਅਦ ਗਲੋਬਲ ਰਿਸਰਚ ਓਪਰਚੁਨਿਟੀਜ਼ ਨੂੰ ਵੀ ਓਪਨ ਕਰੇਗਾ। ਦੈਟ ਮੀਨਸ ਹੁਣ ਦੇਖੋ ਜਿਹੜੇ ਬਾਹਰ ਵਾਲੇ ਤਾਂਜ਼ਾਨੀਆ ਦੇ ਬੱਚੇ ਹੈ, ਦੇ ਵਿਲ ਬੀ ਸਟੱਡਿੰਗ ਇਨ IIT ਮਦਰਾਸ ਆਫ ਤਾਂਜ਼ਾਨੀਆ and they will be researching on various topics। ਤਾਂ ਤਾਂਜ਼ਾਨੀਆ ਦੇ ਬੱਚੇ, ਇੰਡੀਆ ਦੇ ਬੱਚੇ ਮਿਲ ਕੇ ਇਹਨਾਂ ਸੈਂਟਰਸ ਵਿੱਚ, ਇਹਨਾਂ ਇੰਟਰਨੈਸ਼ਨਲ ਸੈਂਟਰਸ ਵਿੱਚ ਮਿਲ ਕੇ ਰਿਸਰਚ ਐਕਟੀਵਿਟੀ ਨੂੰ ਅੰਡਰਟੇਕ ਕਰਨਗੇ
which is how they will promote global research opportunities. ठीक है, सो इन्ने सारे सिग्निफिकेंस है, ऑल ऑफ दीज पॉइंट्स यू कैन यूज इन इंडिया अफ्रीका रिलेशंस। कोई भी क्वेश्चन आ जाए कि ਅੱਜਕੱਲ ਇੰਡੀਆ ਅਫਰੀਕਾ ਦੇ ਕਿਵੇਂ ਟਾਈਸ ਚੱਲ ਰਹੇ ਹੈ, ਤਾਂ ਤੁਸੀਂ ਇਸ ਤਰੀਕੇ ਨਾਲ ਟਾਂਜ਼ੇਨੀਆ ਦੀ ਐਗਜ਼ਾਮਪਲ ਯੂਜ਼ ਕਰਕੇ ਆंसर ਲਿਖ ਸਕਦੇ ਹੋ। डायरेक्टली तांजानिया पे आंसर क्वेश्चन आना काफी लेस लाइकली है क्योंकि वो छोटी कंट्री है, बट ओवरऑल इंडिया ਦੇ ਰਿਲੇਸ਼ਨ ਅਫਰੀਕਾ ਨਾਲ ਕਿਵੇਂ ਹੈਗੇ ਨੇ ਉਸ ਤੇ ਪੱਕਾ ਕੁਐਸਚਨ ਆ ਸਕਦਾ ਹੈ। ਤਾਂ ਉਸ ਤੇ ਤੁਸੀਂ ਆ ਰੀਸੈਂਟ ਡਿਵੈਲਪਮੈਂਟ ਜਿਹੜੀ ਤਾਂਜ਼ਾਨੀਆ ਨਾਲ ਹੋਈ ਹੈ ਇਹ ਯੂਜ਼ ਕਰ ਸਕਦੇ ਹੋ, ਰਾਈਟ, ਸ਼ੋਇੰਗ that it is very significant for us in number of ways, ਰਾਈਟ। ਸੋ ਇਸ ਤਰੀਕੇ ਨਾਲ ਤੁਸੀਂ ਇਹ ਨਿਊਜ਼ ਯੂਜ਼ ਕਰਨੀ ਹੈ, ਰਾਈਟ। ਤੇ ਤਾਂਜ਼ਾਨੀਆ ਨਾਲ ਰਿਲੇਟਡ ਇੱਕ ਹੋਰ ਆਰਟੀਕਲ ਹੈ, ਪਹਿਲਾਂ ਉਹੀ ਮੈਂ ਕਵਰ ਕਰ ਦਿੰਨੀ ਹੈ। ਤਾਂਜ਼ਾਨੀਆ ਨਾਲ ਅਸੀਂ ਟ੍ਰੇਡ ਦੇ ਏਰੀਆ ਵਿੱਚ ਵੀ ਅਗਰੀਮੈਂਟਸ ਜਾਂ ਸਲਾਹਾਂ ਕੀਤੀਆਂ ਹੈ, ਤੁਸੀਂ ਇਹ ਕਹਿ ਸਕਦੇ ਹੋ, ਠੀਕ ਹੈ। ਜਿਵੇਂ ਸਾਡੇ ਐਕਸਟਰਨਲ ਮਿਨਿਸਟਰ ਨੇ ਕਿਹਾ ਕਿ ਤਾਂਜ਼ਾਨੀਆ ਵਿਲ ਬਿਕਮ ਦੀ ਮੇਜਰ ਐਂਟਰੀ ਐਂਡ ਐਗਜ਼ਿਟ ਪੁਆਇੰਟ ਫॉर ਇੰਡੀਅਨ ਟ੍ਰੇਡ, ਰਾਈਟ। ਹੁਣ ਇਹਦੀ ਸਮਝਣ ਲਈ ਤੁਹਾਨੂੰ ਇਹਦਾ ਮੈਪ ਦੇਖਣਾ ਪੈਣਾ ਹੈ, ਜਸਟ ਗੋ ਥਰੂ ਦੀ ਮੈਪ ਆਫ ਅਫਰੀਕਾ ਐਂਡ ਸੀ ਕਿ ਹਾਊ ਤਾਂਜ਼ਾਨੀਆ ਕੈਨ ਬਿਕਮ ਅ ਗੇਟਵੇ ਫॉर ਇੰਡੀਆ ਟੂ ਐਂਟਰ ਅਦਰ ਅਫਰੀਕਨ ਕੰਟਰੀਜ਼, ਰਾਈਟ। Tanzania is somewhere here, so India to ਇੱਥੇ trade ਆਏਗਾ and it can enter to all the parts of Africa, and that is why ਸਾਡੇ foreign minister ਨੇ ਕਿਹਾ ਹੈ ਕਿ ਅਸੀਂ we want to use Tanzania very well to interact with all the other African countries also। ਸਾਡੇ ਬਹੁਤ ਸਾਰੇ banks three already Indian banks are there based in Tanzania, तो मतलब फाइनेंशियल स्ट्रक्चर भी साडा तांजानिया च हैगा है, तो ट्रेड वगैरह करना काफी ईजी हो जाएगा, currencies exchange and all that will be easier, ठीक है। सो इंडिया ਦੇ ਅਫਰੀਕਾ ਨਾਲ ਅਗਰ ਆਪਾਂ ਓਵਰਆਲ ਟਰਾਈਜ਼ ਦੇਖੀਏ ਟ੍ਰੇਡ ਸੈਕਟਰ 'ਚ ਕਾਫੀ ਬੂਸਟ ਹੈ, ਬੈਂਕਿੰਗ 'ਚ ਬਹੁਤ ਹੈ, ਜਿਵੇਂ ਤੁਸੀਂ ਆ ਐਗਜ਼ਾਮਪਲ ਦੇ ਸਕਦੇ ਹੋ 3 ਬੈਂਕਸ ਇਨ ਤਾਂਜ਼ਾਨੀਆ ਇਟਸੈਲਫ ਵੀ ਹੈਵ, ਇਨਵੈਸਟਮੈਂਟਸ ਬਹੁਤ ਹੋ ਰਹੀਆਂ ਹੈ, ਇੰਡੀਅਨ ਬਿਜ਼ਨੈਸਸ ਜਿਹੜੇ ਹੈ ਅਫਰੀਕਾ ਦੇ ਰਿਸੋਰਸਸ ਨੂੰ ਯੂਟਿਲਾਈਜ਼ ਕਰਨਾ ਚਾਹੁੰਦੇ ਹੈ। ਅਫਰੀਕਾ ਇਜ਼ ਰਿਚ ਇਨ ਨੈਚੁਰਲ ਰਿਸੋਰਸਸ, ਚਾਹੇ ਮਿਨਰਲਸ ਹੋਣ, ਚਾਹੇ ਕ੍ਰॉपिंग ਹੋਵੇ, ਕਾਫੀ ਬੀਨਸ ਹੋਣ, ਗੋਲਡ ਐਂਡ ਇਸ ਤਰੀਕੇ ਦੇ ਕਾਫੀ ਸਾਰੇ ਰਿਸੋਰਸਸ ਹੈ ਜਿਸ ਵਿੱਚ ਇੰਡੀਅਨ ਕੰਪਨੀਜ਼ ਇੰਡੀਅਨ ਬਿਜ਼ਨਸਮੈਨ ਕਾਫੀ ਇਨਵੈਸਟਮੈਂਟ ਕਰ ਰਹੇ ਨੇ। ਐਵੇਂ ਹੀ ਅਫਰੀਕਾ ਕੋਲ ਕਾਫੀ ਐਗਰੀਕਲਚਰ ਵਾਲੀ ਲੈਂਡ ਹੈ, ਏਰੀਏਬਲ ਲੈਂਡ ਹੈ, ਉਸ ਤੇ ਵੀ ਇੰਡੀਅਨਸ ਕਾਫੀ ਇਨਵੋਲਵ ਹੋ ਰਹੇ ਨੇ, ਰਾਈਟ। ਤਾਂ ਇਸ ਤਰੀਕੇ ਨਾਲ ਇੰਡੀਆ ਅਫਰੀਕਾ ਦੇ ਇਕਨੋਮਿਕ ਟਾਈਜ਼ ਕਾਫੀ ਸਟਰੋਂਗ ਨੇ। ਐਂਡ ਤਾਂਜ਼ਾਨੀਆ ਨਾਲ ਹੁਣ ਜਿਹੜੇ ਆਪਾਂ ਰੀਸੈਂਟ ਐਗਰੀਮੈਂਟਸ ਕੀਤੇ ਆ, ਦਿਸ ਇਜ਼ ਵਨ ਐਗਜ਼ਾਮਪਲ ਆਫ ਹਾਊ ਦ ਬਾਇਲੇਟਰਲ ਟਾਈਜ਼ ਆਰ ਵੈਰੀ ਸਟਰੋਂਗ, ਠੀਕ ਹੈ ਜੀ। ਇਸ ਤਰੀਕੇ ਨਾਲ ਇਹਨੂੰ ਸਭ ਨੂੰ ਯੂਜ਼ ਕਰਨਾ ਹੈ। ਨਾਓ ਨੈਕਸਟ ਨਿਊਜ਼ ਆਈਟਮ ਕਰਦੇ ਹਾਂ, ਸਾਡੇ ਆਰਮੀ ਦੀ ਪੰਜਾਬ ਰੈਜੀਮੈਂਟ ਵਿਲ ਬੀ ਪ੍ਰੈਜ਼ੈਂਟ ਇਨ ਦੀ ਇੰਡੀਅਨ ਆਰਮੀ ਐਟ ਬਾਸਤੇ ਡੇ ਪਰੇਡ ਇਨ ਫਰਾਂਸ, ਰਾਈਟ। ਹੁਣ ਸਭ ਤੋਂ ਪਹਿਲਾਂ ਬਾਸਤੇ ਦੇਖੋ, ਇਹਦੀ ਪ੍ਰੋਨਾਂਸੀਏਸ਼ਨ ਤੁਸੀਂ ਕਿਵੇਂ ਵੀ ਕਰ ਸਕਦੇ ਹੋ, ਬਟ ਫਰਾਂਸ 'ਚ ਇਹਦੀ ਪ੍ਰੋਨਾਂਸੀਏਸ਼ਨ ਬਾਸਤੇ ਦੇ ਟਾਈਪ ਨਾਲ ਹੁੰਦੀ ਹੈ। ਸੋ ਬਾਸਤੇ ਐਕਚੁਅਲੀ ਕਿਆ ਹੈ, ਫਰਾਂਸ ਵਿੱਚ ਇੱਕ ਬਹੁਤ ਇੰਪੋਰਟੈਂਟ ਫੋਰਟ ਸੀ ਜਿੱਥੇ ਫ੍ਰੈਂਚ kings वगैरह they used to have their prisoners armory and all that stuff, right। तो ਇਹ ਕਾਫੀ ਜ਼ਿਆਦਾ ਕਿੰਗ ਦੀ ਪਾਵਰ ਨੂੰ ਸਿਗਨੀਫਾਈ ਕਰਦਾ ਸੀ। ਤਾਂ ਜਦੋਂ ਕਿੰਗ ਤੋਂ ਪਰੇਸ਼ਾਨ ਹੋ ਕੇ ਫਰਾਂਸ ਦੇ ਲੋਕਾਂ ਨੇ ਕ੍ਰਾਂਤੀ ਲਿਆਈ, that is when French Revolution happened and the people attacked the fort of Baste, that is why this is a very significant landmark for French Revolution, it marks the beginning of French Revolution ਜਦੋਂ ਲੋਕਾਂ ਨੇ ਇਹ ਤੇ ਅਟੈਕ ਕੀਤਾ, ਰਾਈਟ। ਇਸੇ ਲਈ ਇਹ ਫ੍ਰੈਂਚ ਰੈਵੋਲਿਊਸ਼ਨ ਦੇ ਉਸ ਦਿਨ ਨੂੰ ਬਾਸਤੇ ਡੇ ਵੀ ਕਿਹਾ ਜਾਂਦਾ ਹੈ। ਐਕਚੁਅਲੀ ਇਟ ਇਜ਼ ਦ ਬਿਗਨਿੰਗ ਆਫ ਫ੍ਰੈਂਚ ਰੈਵੋਲਿਊਸ਼ਨ। 14th ਜੁਲਾਈ 1789 ਵਿੱਚ ਹੋਇਆ ਸੀ ਇਹ ਇਵੈਂਟ ਵੈਨ ਫ੍ਰੈਂਚ ਰੈਵੋਲਿਊਸ਼ਨ ਬ੍ਰੋਕ ਆਊਟ। ਤਾਂ ਹਰ ਸਾਲ 14th ਜੁਲਾਈ ਵਿੱਚ ਬਾਸਤੇ ਡੇ ਫਰਾਂਸ ਵਿੱਚ ਮਨਾਇਆ ਜਾਂਦਾ ਹੈ, ਰਾਈਟ। ਹੁਣ ਦੇਖੋ ਇੰਡੀਅਨਸ ਜਿਹੜੇ ਸੀ ਜਦੋਂ ਦੇ ਬ੍ਰਿਟਿਸ਼ ਇੰਡੀਆ ਤੇ ਰਾਜ ਕਰਨ ਲੱਗੇ ਸੀ, ਉਸ ਤੋਂ ਬਾਅਦ ਇੰਡੀਅਨ ਸੋਲਜਰਸ ਨੂੰ ਵੀ ਬ੍ਰਿਟਿਸ਼ ਕਾਫੀ ਯੂਜ਼ ਕਰਦੇ ਸੀ ਇੰਡੀਆ ਦੇ ਬਾਹਰ, ਜਿੰਨੇ ਵੀ ਉਹਨਾਂ ਦੇ ਐਕਸਪੀਡੀਸ਼ਨਸ ਜਾਂ ਲੜਾਈਆਂ ਹੁੰਦੀਆਂ ਸੀ। ਤਾਂ ਇਸੇ ਲਈ ਇੰਡੀਅਨਸ ਜਿਹੜੇ ਆ ਉਹਨਾਂ ਨੇ ਵਰਲਡ ਵਾਰ 1 ਚ ਵੀ ਕਾਫੀ ਪਰਫਾਰਮ ਕੀਤਾ ਹੈ। ਇੰਡੀਆ ਦੇ lakhs of soldiers they had fought, millions of soldiers they fought in the world war 1 even on the French soil, ठीक है। डिफरेंट एरियाज च मेसोपोटामिया हो गया, गैलीपोली हो गया, पैलेस्टीन हो गया, चेक आउट ऑल दीज प्लेसेस ऑन मैप ऑल्सो, इजिप्ट हो गया, चाइना, हांगकांग, हर जगह ते इंडियंस एज अ पार्ट ऑफ ब्रिटिश फोर्स दे विजिटेड, ठीक है। इवन ऑन फ्रेंच सोइल इंडियन सोल्जर्स ने काफी फाइट ਕੀਤੀ ਸੀ ਵਰਲਡ ਵਾਰ ਦੇ ਦੌਰਾਨ। ਤਾਂ ਇਸੇ ਲਈ ਪੰਜਾਬ ਰੈਜੀਮੈਂਟ ਜਿਹੜੀ ਸਾਡੀ ਸਭ ਤੋਂ ਪੁਰਾਣੀ ਰੈਜੀਮੈਂਟ ਹੈ 1761 ਤੋਂ ਸ਼ੁਰੂ ਹੋਈ ਹੋਈ ਹੈ, ਇਸੇ ਲਈ ਪੰਜਾਬ ਰੈਜੀਮੈਂਟ ਨੂੰ ਚੁਣਿਆ ਗਿਆ ਹੈ ਫਰਾਂਸ ਦੇ ਇਸ ਵਾਸਤੇ ਦੇ ਤੇ
ਰਿਪਰੈਜ਼ੈਂਟ ਕਰਨ ਲਈ। ਇਸ ਸਾਲ ਜਿਵੇਂ ਆਪਣੇ ਪ੍ਰਾਈਮ ਮਿਨਿਸਟਰ ਨੇ ਮੋਦੀ ਉਹਨਾਂ ਨੂੰ ਇਨਵਾਈਟ ਕੀਤਾ ਗਿਆ ਹੈ ਫਰਾਂਸ ਦੁਆਰਾ ਔਨ ਦ ਬਾਸਤੇ ਡੇ 14 ਜੁਲਾਈ ਨੂੰ। ਜਿਵੇਂ ਆਪਾਂ ਹਰ ਵਾਰ 26 ਜਨਵਰੀ ਬਣਾਉਂਦੇ ਹਾਂ, ਆਪਾਂ ਵੀ ਤਾਂ ਬਾਹਰਲੇ ਲੋਕਾਂ ਨੂੰ ਬੁਲਾਉਂਦੇ ਹਾਂ, ਆਪਾਂ ਨੇ ਟਰੰਪ ਨੂੰ ਬੁਲਾਇਆ, ਫਰਾਂਸ ਦੇ ਪ੍ਰਾਈਮ ਮਿਨਿਸਟਰ ਨੂੰ ਵੀ ਬੁਲਾਇਆ। ਇਸ ਤਰੀਕੇ ਨਾਲ ਆਪਾਂ ਵੇਰੀਅਸ ਕੰਟਰੀਜ਼ ਦੇ ਚੀਫ ਗੈਸਟ ਨੂੰ ਬੁਲਾਉਂਦੇ ਰਹਿੰਦੇ ਹਾਂ। ਇਸੇ ਤਰੀਕੇ ਨਾਲ ਉਹਨਾਂ ਨੇ ਆਪਦੇ 14 ਜੁਲਾਈ ਵਾਲੇ ਫੰਕਸ਼ਨ ਵਿੱਚ ਇੰਡੀਆ ਨੂੰ ਇਨਵਾਈਟ ਕੀਤਾ ਹੈ, ਜਿਸ ਵਿੱਚ ਇੰਡੀਆ ਦੀ ਆਰਮੀ ਵੀ ਰਿਪਰੈਜ਼ੈਂਟ ਹੋਏਗੀ ਥਰੂ ਦੀ ਪੰਜਾਬ ਰੈਜੀਮੈਂਟ। ਠੀਕ ਹੈ, ਸੋ ਇਹ ਸਾਰੀ ਇਨਫੋਰਮੇਸ਼ਨ ਆਲਦੋ ਇੰਨੀ ਇੰਪੋਰਟੈਂਟ ਨਹੀਂ ਹੈ, ਬਟ ਵਰਲਡ ਹਿਸਟਰੀ ਦੇ ਐਸਪੈਕਟ ਤੋਂ ਇਹ ਸਭ ਚੀਜ਼ਾਂ ਬਹੁਤ ਇੰਪੋਰਟੈਂਟ ਹੈ ਟੂ ਨੋ ਕਿ ਇੰਡੀਅਨ ਫੋਰਸ ਦਾ ਵਰਲਡ ਵਾਰ 1 ਚ ਕਿਆ, ਇੰਡੀਅਨਸ ਦਾ ਕਿਆ ਰੋਲ ਸੀ ਵਰਲਡ ਵਾਰ 1 ਚ, ਇੰਡੀਅਨ ਸੋਲਜਰਸ ਦਾ, ਰਾਈਟ, ਇੰਡੀਅਨਸ ਕਿੱਥੇ ਕਿੱਥੇ ਸੋਲਜਰਸ ਡਿਪਲੋਇਡ ਸੀ। ਐਂਡ ਸਪੈਸ਼ਲੀ ਫ੍ਰੈਂਚ ਰੈਵੋਲੂਸ਼ਨ ਤਾਂ ਆਪਣੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਫ੍ਰੈਂਚ ਰੈਵੋਲੂਸ਼ਨ ਕਦੋਂ ਹੋਈ, ਕਿਆ ਕਾਰਨ ਸੀ ਫ੍ਰੈਂਚ ਰੈਵੋਲੂਸ਼ਨ ਦੇ ਆਉਣ ਦੇ, ਮਲਟੀਪਲ ਕਾਜ਼ਸ ਆਰ देयर, ਇਹਦੇ ਰਿਜ਼ਲਟਸ ਕਿਆ ਸੀ, ਕੌਨਸੀਕੁਐਂਸਿਸ ਕਿਆ ਸੀ, ਤੇ ਕਿਵੇਂ ਫ੍ਰੈਂਚ ਰੈਵੋਲੂਸ਼ਨ ਤੋਂ ਬਾਅਦ ਨੈਪੋਲੀਅਨ ਇੱਕ ਬਹੁਤ ਹੀ ਇੰਪੋਰਟੈਂਟ ਪਰਸਨੈਲਿਟੀ ਆਫ ਵਰਲਡ ਹਿਸਟਰੀ ਇਹਦਾ ਰਾਈਜ਼ ਹੋਇਆ, ਰਾਈਟ। ਇਹ ਬਹੁਤ ਹੀ ਇੰਪੋਰਟੈਂਟ ਪਾਰਟ ਹੈ। ਦੇਖੋ ਵਰਲਡ ਹਿਸਟਰੀ ਚ ਮੇਰਾ ਸਟਰੋਂਗ ਪੁਆਇੰਟ ਰਿਹਾ ਹੈ, ਆਈ ਹੈਵ ਟੌਟ ਆਲਸੋ ਵਰਲਡ ਹਿਸਟਰੀ many times in many institutions. If you are all interested French, world history the concepts ਨੂੰ ਪੜਨ ਲਈ, then you can message me, I can design a course for you for on French, French ਕਿਆ ਪੂਰੀ world history ਤੇ ਹੀ, right? So write to me whatever your requirements are, ਉਸ ਦੇ ਹਿਸਾਬ ਨਾਲ ਹੀ ਮੈਂ courses ਤੁਹਾਡੇ ਲਈ ਲਿਆਉਂਦੀ ਰਹੂੰਗੀ। whatever you need I'll provide you that, ਰਾਈਟ। ਸੋ ਵੈਸੇ ਆਪਦੇ ਸਟੈਟਿਕ ਪਾਰਟ ਚ ਫ੍ਰੈਂਚ ਰੈਵੋਲੂਸ਼ਨ ਪਲੀਜ਼ ਧਿਆਨ ਨਾਲ ਕਰ ਲਿਓ। ਪ੍ਰੀਲਿਮਸ ਮੇਨਸ ਪੰਜਾਬ ਪੀਸੀਐਸ ਦੇ ਦੋਨਾਂ ਵਿੱਚ ਅਪੀਅਰ ਹੁੰਦੀ ਹੈ। ਯੂਪੀਐਸਸੀ ਦੀ ਤਿਆਰੀ ਕਰ ਰਹੇ ਹੋ ਤਾਂ ਯੂਪੀਐਸਸੀ ਚ ਸਿਰਫ ਮੇਨਸ ਚ ਪੁੱਛੀ ਜਾਂਦੀ ਹੈ ਵਰਲਡ ਹਿਸਟਰੀ। ਸੋ ਫॉर दैट ਆਲਸੋ ਇਟ ਇਜ਼ ਇੰਪੋਰਟੈਂਟ। ਐਸਐਸ ਵਗੈਰਾ ਵਿੱਚ ਵੀ ਕਾਫੀ ਹੈਲਪ ਕਰਦੀ ਹੈ ਆਪਾਂ ਨੂੰ ਅੱਛਾ ਹਿਸਟੋਰੀਕਲ ਬੈਕਗ੍ਰਾਉਂਡ ਦੇਣ ਲਈ, ਰਾਈਟ। ਸੋ ਇਸੇ ਲਈ ਕਵਰ ਦਿਸ ਟੌਪਿਕ, ਰਾਈਟ। ਨਾਓ ਗੋਮਸ ਦਾ ਮੈਂ ਤੁਹਾਨੂੰ ਦੱਸਿਆ ਹੀ ਹੈ, ਇਸ ਚ ਨਿਊਜ਼ ਚ ਆਪਣੇ ਲਈ ਕੋਈ ਇੰਪੋਰਟੈਂਟ ਨਹੀਂ ਹੈ, ਬਟ ਰੀਡ ਅਬਾਊਟ ਗਰੁੱਪ ਆਫ ਮਿਨਿਸਟਰਸ ਐਂਡ ਯੂਸੀਸੀ, ਇਹਨਾਂ ਦਾ ਰੋਲ ਕਿਆ ਹੁੰਦਾ ਹੈ, ਇਹਨਾਂ ਦਾ ਸਿਗਨੀਫਿਕੈਂਸ ਕਿਆ ਹੈ, ਇਹਨਾਂ ਦੇ ਇਸ਼ੂਜ਼ ਕਿਆ ਹੈ, ਡੂ ਕਵਰ them and what are UCC, ਇਹਦੇ ਇਸ਼ੂਜ਼ ਕਿਆ ਹੈ, all of that you try to cover, right? That is all for this discussion. If you have any doubt, query, again message us at the given number, description box ਚ ਤੁਹਾਨੂੰ ਸਭ ਕੁਝ ਮਿਲ ਜਾਏਗਾ। PDF ਚਾਹੀਦੀ ਹੈ ਤਾਂ ਟੈਲੀਗ੍ਰਾਮ ਚੈਨਲ ਨੂੰ ਫੋਲੋ ਕਰੋ ਸਾਡੇ, ਉਹ ਵੀ ਡਿਸਕ੍ਰਿਪਸ਼ਨ ਬਾਕਸ 'ਚ ਤੁਹਾਨੂੰ ਲਿੰਕ ਮਿਲ ਜਾਏਗਾ। ਇਹਦੀ PDF ਜਿਹੜੀ ਅਸੀਂ ਡਾਇਰੈਕਟਲੀ ਉਸ 'ਚ ਸ਼ੇਅਰ ਕਰਦੇ ਹਾਂ, ਰਾਈਟ। ਸੋ reach out to us if you need anything, any query you want to discuss. That is all for today's discussion. Thank you so much for joining.